ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੀਰਾਂ ਬਾਈ ਉਦੈਪੁਰ ਦੇ ਮਹਾਰਾਜਾ ਸਾਂਗਾ ਦੀ ਨੂੰਹ ਸੀ। ਇਸ ਮੀਰਾਂ ਬਾਈ ਦਾ ਨਾਮ ਸਾਰੇ ਭਾਰਤ ਦੇ ਮੰਦਰਾਂ ਵਿੱਚ ਗੂੰਜਦਾ ਹੈ। ਇਹ ਕ੍ਰਿਸ਼ਨ ਜੀ ਦੀ ਬਹੁਤ ਵੱਡੀ ਭਗਤ ਸੀ। ਸਾਰੇ ਭਾਰਤ ਵਿੱਚ ਮੀਰਾਂ ਬਾਈ ਦੇ ਭਜਨ ਗਾਏ ਜਾਂਦੇ ਹਨ। ਕ੍ਰਿਸ਼ਨ ਜੀ ਤੇ ਮੀਰਾਂ ਬਾਈ ਦੇ ਭਗਤੀ ਦੇ ਕਿੱਸੇ ਬੜੇ ਮਸ਼ਹੂਰ ਹਨ। ਮੀਰਾਂ ਬਾਈ ਜਵਾਨੀ ਵਿੱਚ ਹੀ ਵਿਧਵਾ ਹੋ ਗਈ ਸੀ। ਇੱਕ ਵਾਰੀ ਆਪਣੇ ਪਿਤਾ ਪਾਸੋਂ ਆਗਿਆ ਲੈ ਕੇ ਤੀਰਥ ਯਾਤਰਾ ਕਰਨ ਵਾਸਤੇ ਅਤੇ ਪ੍ਰਭੂ ਦੀ ਭਗਤੀ ਕਰਨ ਵਾਸਤੇ ਕਾਂਸ਼ੀ ਪੁੱਜੀ। ਕਾਂਸ਼ੀ ਨਗਰੀ ਮੰਦਰਾਂ ਤੇ ਪੰਡਤਾਂ ਦੀ ਨਗਰੀ ਹੈ। ਹਜ਼ਾਰਾਂ ਯਾਤਰੂ ਰੋਜ਼ ਆਉਂਦੇ ਹਨ ਤੇ ਮੰਦਰਾਂ ਵਿੱਚ ਗੰਗਾ ਕਿਨਾਰੇ ਰੌਣਕਾਂ ਲੱਗੀਆਂ ਰਹਿੰਦੀਆਂ ਹਨ। ਐਸੀ ਨਗਰੀ ਵਿੱਚ ਮੀਰਾਂ ਬਾਈ ਵੀ ਪੁੱਜੀ ਤੇ ਉਸ ਦੀ ਇੱਕ ਵਫਾਦਾਰ ਦਾਸੀ ਜਿਸ ਦਾ ਨਾਮ ਕਰਮਾ ਬਾਈ ਸੀ, ਉਹ ਵੀ ਉਸ ਦੇ ਨਾਲ ਉੱਥੇ ਪੁੱਜੀ। ਮੀਰਾਂ ਬਾਈ ਬਚਪਨ ਤੋਂ ਹੀ ਸ਼੍ਰੀ ਕ੍ਰਿਸ਼ਨ ਜੀ ਦੀ ਭਗਤ ਸੀ। ਉਹ ਵਿਸ਼ਨ ਪਦੇ ਪੜ੍ਹਦੀ ਸੀ ਤੇ ਜਵਾਨ ਹੋ ਕੇ ਕ੍ਰਿਸ਼ਨ ਜੀ ਦੇ ਮੰਦਰ ਵਿੱਚ ਦੇਵਦਾਸੀਆਂ ਵਾਂਗ ਨੱਚਣ ਵੀ ਲੱਗ ਪੈਂਦੀ ਸੀ। ਉਹ ਕ੍ਰਿਸ਼ਨ ਜੀ ਤੋਂ ਬਿਨਾਂ ਕਿਸੇ ਦੀ ਵੀ ਪੂਜਾ ਨਹੀਂ ਸੀ ਕਰਦੀ ਤੇ ਸ਼੍ਰੀ ਕ੍ਰਿਸ਼ਨ ਜੀ ਨੂੰ ਹੀ ਪਾਰ ਬ੍ਰਹਮ ਸਮਝਦੀ ਸੀ। ਉਹ ਜਦੋਂ ਕਾਸ਼ੀ ਵਿੱਚ ਪੁੱਜੀ ਤਾਂ ਉਸਨੇ ਹਰ ਥਾਂ ਪਖੰਡ ਦਾ ਹੀ ਪ੍ਰਭਾਵ ਤੱਕਿਆ। ਵਿਸ਼ਵ ਮਾਲਕ ਪਾਰ ਬ੍ਰਹਮ ਦੀ ਅਸਲੀ ਪੂਜਾ ਘੱਟ ਹੀ ਉਸਨੇ ਦੇਖੀ। ਉਸਨੇ ਬਹੁਤ ਸੰਤਾਂ ਮਹੰਤਾਂ ਦੇ ਦਰਸ਼ਨ ਕੀਤੇ। ਉਸਨੇ ਹਰ ਥਾਂ ਜਾ ਕੇ ਈਸ਼ਵਰ ਦਾ ਪ੍ਰਕਾਸ਼ ਤੱਕਣ ਦਾ ਯਤਨ ਕੀਤਾ, ਪਰ ਉਸਨੂੰ ਕਿਤੇ ਵੀ ਕੁਝ ਨਜ਼ਰ ਨਾ ਆਇਆ। ਮੀਰਾਂ ਬਾਈ ਹਰੀ ਦੀ ਬਹੁਤ ਪਿਆਰੀ ਸੀ। ਕ੍ਰਿਸ਼ਨ ਜੀ ਦੀ ਮੂਰਤੀ ਨੂੰ ਉਸਨੇ ਮਾਂ ਦੇ ਆਖੇ ਲੱਗ ਕੇ ਸਵਾਮੀ ਮੰਨਿਆ ਹੋਇਆ ਸੀ ਤੇ ਸਾਰੀ ਉਮਰ ਉਸ ਦਾ ਲੜ ਨਾ ਛੱਡਿਆ। ਜਦੋਂ ਉਸਨੂੰ ਸਮਝ ਪਈ, ਸ਼ਾਦੀ ਹੋਈ, ਤਾਂ ਪਤਾ ਲੱਗਾ ਕਿ ਦੁਨਿਆਵੀ ਪਤੀ ਤਾਂ ਰਾਣਾ ਸਾਹਿਬ ਹਨ। ਇਸ ਲਈ ਉਸ ਨਾਲ ਦੁਨਿਆਵੀ ਸੰਬੰਧ ਰੱਖਿਆ ਜਿੰਨਾ ਇਸਤਰੀ ਪੁਰਸ਼ ਦਾ ਸੰਬੰਧ ਹੁੰਦਾ ਹੈ। ਪਰ ਮੀਰਾਂ ਬਾਈ ਦੀ ਆਤਮਾ ਸ਼੍ਰੀ ਕ੍ਰਿਸ਼ਨ ਭਗਵਾਨ ਦੇ ਚਰਨਾਂ ਨਾਲ ਜੁੜੀ ਰਹੀ। ਹੌਲੀ ਹੌਲੀ ਮੂਰਤੀ ਪਾਸੇ ਹੋ ਗਈ, ਸਿਰਫ ਭਗਤੀ ਹੀ ਰਹਿ ਗਈ। ਪਰਮਾਤਮਾ ਦੇ ਭਜਨ ਗਾਉਣ ਲੱਗੀ, ਪਖੰਡ ਤੋਂ ਬਹੁਤ ਦੂਰ ਚਲੀ ਗਈ। ਕਾਂਸ਼ੀ ਦੇ ਮੰਦਰਾਂ ਵਿੱਚ ਭਗਵਾਨ ਦਾ ਜਸ ਘੱਟ ਮਿਲਿਆ। ਉਸਨੂੰ ਤਾਂ ਬ੍ਰਾਹਮਣ ਜਸ ਹੀ ਨਜ਼ਰ ਆਇਆ। ਮਾਇਆ ਦੀ ਪੂਜਾ ਦਿਸੀ ਤੇ ਹਿਰਦੇ ਵਿੱਚ ਸ਼ੰਕੇ ਉਤਪੰਨ ਹੋਏ, ਵਿਆਕੁਲਤਾ ਆਈ। ਪਰ ਜਦੋਂ ਰਵਿਦਾਸ ਜੀ ਦੇ ਦਰਸ਼ਨ ਕੀਤੇ, ਉਸ ਦੀ ਆਤਮਾ ਵਿੱਚੋਂ ਆਵਾਜ਼ ਆਈ, ਇਹੋ ਸੱਚ ਹੈ, ਇਹੋ ਹੀ ਪ੍ਰਭੂ ਦੀ ਅਸਲੀ ਪੂਜਾ ਹੈ। ਮੀਰਾਂ ਬਾਈ ਜੋ ਭਾਲਦੀ ਸੀ ਉਹ ਉਸਨੂੰ ਮਿਲ ਗਿਆ। ਮੀਰਾਂ ਬਾਈ ਨੇ ਹੱਥ ਜੋੜ ਕੇ ਅਰਜ਼ ਕੀਤੀ, ਹੇ ਸਵਾਮੀ ਜੀ। ਇਹ ਸ਼ਬਦ ਹਲੇ ਜ਼ੁਬਾਨੋਂ ਨਿਕਲਿਆ ਹੀ ਸੀ ਕਿ ਭਗਤ ਰਵਿਦਾਸ ਜੀ ਨੇ ਰੋਕ ਦਿੱਤਾ। ਉਹਨਾਂ ਨੇ ਕਿਹਾ, ਹੇ ਦੇਵੀ, ਮੈਂ ਤਾਂ ਇੱਕ ਨੀਚ ਜਾਤ ਦਾ ਬੰਦਾ ਹਾਂ। ਆਪਣੇ ਭਲੇ ਵਾਸਤੇ ਪ੍ਰਭੂ ਅੱਗੇ ਬੇਨਤੀਆਂ ਕਰਦਾ ਹਾਂ ਕਿ ਜਨਮ ਜਨਮ ਦਾ ਵਿਛੜਿਆ ਹੋਇਆ ਕਿਤੇ ਮਿਲ ਪਵਾਂ। 84 ਦੇ ਗੇੜ ਵਿੱਚ ਪਿਆ ਹਾਂ। ਮੈਨੂੰ ਸਵਾਮੀ ਆਖਣ ਦਾ ਕੀ ਲਾਭ ਹੈ? ਸਵਾਮੀ ਤਾਂ ਉਹ ਮਾਲਕ ਹੈ ਜੋ ਜਗਤ ਦਾ ਕਰਤਾ ਹੈ। ਉਸ ਅੱਗੇ ਹੀ ਬੇਨਤੀ ਕਰੋ। ਇਉਂ ਆਖ ਕੇ ਭਗਤ ਜੀ ਨੇ ਇੱਕ ਸ਼ਬਦ ਪੜ੍ਹਿਆ, ਹਮ ਸਰ ਦੀਨ ਦਿਆਲ ਨਾ ਤੁਮ ਸਰ, ਅਬ ਪਤਿਆਰ ਕਿਆ ਕੀਜੈ, ਬਚਨੀ ਤੋਰ ਮੋਰ ਮਨ ਮਾਨੈ, ਜਨ ਕੋ ਪੂਰਨ ਦੀਜੈ। ਹੇ ਕਰਤਾਰ, ਇਸ ਦੁਨੀਆ ਤੇ ਮੇਰੇ ਵਰਗਾ ਕੋਈ ਗਰੀਬ ਨਹੀਂ ਤੇ ਤੁਹਾਡੇ ਵਰਗਾ ਕੋਈ ਦਿਆਲੂ ਨਹੀਂ। ਇਹ ਗੱਲ ਮੰਨੀ ਹੈ, ਸਾਰੇ ਜਾਣਦੇ ਹਨ। ਤੁਸੀਂ ਸਭ ਦੇ ਰਾਖੇ ਹੋ। ਇਸ ਬਾਬਤ ਹੋਰ ਕੀ ਕਹਿਣਾ? ਤੁਸਾਂ ਦੇ ਸੁੰਦਰ ਬਚਨਾਂ ਵਿੱਚ ਮੇਰਾ ਮਨ ਲੱਗਿਆ ਹੋਇਆ ਹੈ। ਮੈਂ ਭਰੋਸਾ ਕਰ ਬੈਠਾ ਹਾਂ। ਹੁਣ ਮੇਰਾ ਮਨ ਪਾਸੇ ਨਹੀਂ ਜਾਂਦਾ। ਹੇ ਮੇਰੇ ਦਾਤਾਰ, ਮੈਂ ਤੁਹਾਡੇ ਤੋਂ ਬਲਿਹਾਰੇ ਜਾਂਦਾ ਹਾਂ, ਪਰ ਕੀ ਕਾਰਨ ਹੈ ਕਿ ਤੁਸੀਂ ਸਾਡੇ ਨਾਲ ਨਹੀਂ ਬੋਲਦੇ, ਚੁੱਪ ਰਹਿੰਦੇ ਹੋ? ਹੇ ਪ੍ਰਭੂ, ਹੈ ਤਾਂ ਗੱਲ ਠੀਕ। ਮੈਂ ਕਈ ਜਨਮਾਂ ਤੋਂ ਆਪ ਕੋਲੋਂ ਵਿਛੜਿਆ ਹਾਂ। ਹੁਣ ਦਰਸ਼ਨਾਂ ਦੀ ਇੱਛਾ ਰੱਖਦਾ ਹਾਂ। ਇਸ ਵਾਸਤੇ ਇਹ ਮਨੁੱਖਾ ਜਨਮ ਆਪ ਦੇ ਲੇਖੇ ਹੀ ਲਾ ਦਿੱਤਾ ਹੈ। ਅਥਵਾ ਮਨੁੱਖਾ ਜਨਮ ਦਾ ਭਾਵ ਹੈ ਕਿ ਪ੍ਰਭੂ ਦੀ ਭਗਤੀ ਕੀਤੀ ਜਾਏ
ਤੇ ਆਸ਼ਾ ਹੈ ਕਿ ਜੀਵਨ ਵਿੱਚ ਸਫਲਤਾ ਹੋਵੇ। ਐਸੀ ਕਰਨੀ ਕਰ ਜਾਈਏ। ਇਸ ਤੋਂ ਅੱਗੇ ਉਹਨਾਂ ਨੇ ਉਚਾਰਿਆ, ਹੇ ਦੇਵੀ, ਸਭ ਦਾ ਦਾਤਾ ਰਾਮ ਹੈ। ਉਸ ਰਾਮ ਅੱਗੇ ਬੇਨਤੀ ਕਰਦੇ ਰਹੋ ਤੇ ਉਸ ਦੀ ਭਗਤੀ ਕਰਦੇ ਰਹੋ। ਭਗਤੀ ਵੀ ਐਸੀ ਕਰੀਏ ਕਿ ਦਵੈਤ ਭਾਵ ਮਿਟ ਜਾਏ। ਮੈਨੂੰ ਸੁਆਮੀ ਨਾ ਆਖੋ, ਮੈਂ ਤਾਂ ਆਪ ਉਸ ਮਾਲਕ ਨੂੰ ਮੰਨਦਾ ਹਾਂ ਤੇ ਆਓ ਉਸ ਦਾ ਜਸ ਕਰੀਏ। ਇਹ ਕਹਿ ਕੇ ਭਗਤ ਰਵਿਦਾਸ ਜੀ ਨੇ ਇੱਕ ਹੋਰ ਸ਼ਬਦ ਦਾ ਉਚਾਰਨ ਕੀਤਾ, ਚਿਤ ਸਿਮਰਨ ਕਰੋ ਨੈਣ ਅਵਿਲੋਕਨੋ, ਸ਼ਰਵਣ ਬਾਣੀ ਸੋ ਜਸ ਪੂਰ ਰਾਖੋ, ਮਨ ਸੋ ਮਧਕਰ ਕਰੋ ਚਰਨ ਹਿਰਦੇ ਧਰੋ, ਰਸਨ ਅੰਮ੍ਰਿਤ RAM ਨਾਮ ਭਾਖੋ। ਚਿੱਤ ਵਿੱਚ ਅੱਠੇ ਪਹਿਰ ਸਿਮਰਨ ਕਰਦੇ ਰਹੋ, ਅੱਖਾਂ ਵਿੱਚ ਪ੍ਰਮਾਤਮਾ ਦਾ ਹੀ ਚਿੱਤਰ ਹੋਵੇ ਤੇ ਜੋ ਕੰਨ ਸੁਣਨ ਵਾਸਤੇ ਹਨ, ਇਹਨਾਂ ਵਿੱਚ ਆਪ ਦੇ ਜਸ ਤੋਂ ਬਿਨਾਂ ਕੁਝ ਹੋਰ ਸੁਣਾਈ ਨਾ ਦੇਵੇ। ਐਸਾ ਮਨ ਹੋਵੇ ਕਿ ਉਹ ਭੌਰੇ ਵਾਂਗ ਅੰਮ੍ਰਿਤ ਰੂਪੀ ਜਸ ਨੂੰ ਹੀ ਪ੍ਰਾਪਤ ਕਰੇ। ਬਸ ਪ੍ਰਭੂ ਦਾ ਨਾਮ ਹੀ ਉਚਾਰਿਆ ਜਾਂਦਾ ਰਹੇ, ਹੋਰ ਕਿਸੇ ਪਾਸੇ ਮਨ ਨਾ ਲੱਗੇ। ਇਹ ਵੀ ਬੇਨਤੀ ਹੈ ਕਿ ਮੇਰੀ ਪ੍ਰੀਤ ਹੋਰ ਕਿਸੇ ਪਾਸੇ ਭਾਵ ਦੌਲਤ, ਹਉਮੈ, ਵਾਸ਼ਨਾ ਆਦਿਕ ਵੱਲ ਨਾ ਲੱਗੇ, ਸਗੋਂ ਵਾਹਿਗੁਰੂ ਦਾ ਜਸ ਹੀ ਕਰਦੀ ਰਹੇ। ਇਹ ਭਗਤੀ ਮਹਿੰਗੇ ਮੁੱਲ ਲਈ ਹੈ। ਇੱਥੇ ਭਗਤ ਰਵਿਦਾਸ ਜੀ ਦਾ ਆਪਣੇ ਪਿਛਲੇ ਜਨਮ ਵੱਲ ਇਸ਼ਾਰਾ ਹੈ। ਕਿਵੇਂ ਉਹਨਾਂ ਨੇ ਪਿਛਲੇ ਜਨਮ ਵਿੱਚ ਭਗਤੀ ਕੀਤੀ, ਫਿਰ ਨਿੱਕੀ ਜਿਹੀ ਆਲਸ ਕਰਕੇ ਮੁੜ ਜਨਮ ਲੈਣਾ ਪਿਆ, ਫਿਰ ਭਗਤੀ ਕਰਨੀ ਪਈ। ਇਸ ਤੋਂ ਅੱਗੇ ਉਹਨਾਂ ਨੇ ਸਮਝਾਇਆ, ਹੇ ਦੇਵੀ, ਭਗਤੀ ਇਕੱਲਿਆਂ ਨਹੀਂ ਹੁੰਦੀ, ਸਾਧ ਸੰਗਤ ਵਿੱਚ ਹੁੰਦੀ ਹੈ। ਇਸ ਤਰ੍ਹਾਂ ਕਿਉਂ? ਸਾਧ ਸੰਗਤ ਤੋਂ ਬਿਨਾਂ ਪ੍ਰੇਮ ਦੀ ਉਤਪਤੀ ਨਹੀਂ ਹੁੰਦੀ। ਪ੍ਰੇਮ ਹੀ ਤਾਂ ਭਗਤੀ ਦਾ ਮੂਲ ਹੈ। ਬਸ ਇਹੋ ਬੇਨਤੀ ਹੈ ਕਿ ਹੇ ਭਗਵਾਨ, ਜਿਹੜੇ ਰਾਜਿਆਂ ਦੇ ਰਾਜੇ ਹਨ, ਕਿ ਸਾਡੀ ਪੈਜ ਰੱਖਣਾ। ਜਦੋਂ ਮੀਰਾ ਬਾਈ ਨੇ ਭਗਤ ਰਵਿਦਾਸ ਜੀ ਦੇ ਬਚਨ ਸੁਣੇ ਤਾਂ ਉਸ ਦੇ ਹਿਰਦੇ ਨੂੰ ਸ਼ਾਂਤੀ ਆ ਗਈ। ਇਸ ਤਰ੍ਹਾਂ ਦੇ ਹੀ ਮਹਾਂਪੁਰਸ਼ ਉਹ ਲੱਭ ਰਹੀ ਸੀ। ਉਸ ਵੇਲੇ ਮੀਰਾ ਬਾਈ ਤੇ ਕਰਮਾ ਬਾਈ ਭਗਤ ਰਵਿਦਾਸ ਜੀ ਦੇ ਮੰਦਰ ਵਿੱਚ ਹੀ ਬੈਠੀਆਂ ਸਨ ਕਿ ਸ਼ਾਮ ਪੈ ਗਈ। ਉਸ ਵੇਲੇ ਕਾਂਸ਼ੀ ਦੇ ਮੰਦਰਾਂ ਦੇ ਟਲ ਖੜਕ ਪਏ। ਆਰਤੀ ਦਾ ਵੇਲਾ ਹੋ ਗਿਆ ਤੇ ਆਰਤੀ ਹੋਣ ਲੱਗ ਪਈ। ਮੀਰਾ ਬਾਈ ਵੀ ਆਰਤੀ ਦੀਵੇ ਬਾਲ ਕੇ ਕਰਿਆ ਕਰਦੀ ਸੀ, ਪਰ ਭਗਤ ਰਵਿਦਾਸ ਜੀ ਦੀ ਆਰਤੀ ਸਾਦੇ ਢੰਗ ਨਾਲ ਹੁੰਦੀ ਰਹੀ ਨਜ਼ਰ ਪਈ। ਦੋਵੇਂ ਹੱਥ ਜੋੜ ਕੇ ਇੱਕ ਮਨ ਹੋ ਕੇ ਭਗਤ ਰਵਿਦਾਸ ਜੀ ਨੇ ਇਹ ਸ਼ਬਦ ਪੜ੍ਹਿਆ, ਨਾਮ ਤੇਰੋ ਆਰਤੀ ਮਜਨ ਮੁਰਾਰੇ, ਹਰ ਕੇ ਨਾਮ ਬਿਨ ਝੂਠੇ ਸਗਲ ਪਾਸਾਰੇ। ਨਾਮ ਤੇਰੋ ਆਸਨੋ ਨਾਮ ਤੇਰੋ ਉਰਸਾ, ਨਾਮ ਤੇਰਾ ਕੇਸਰੋ ਲੈ ਛਿਟਕਾਰੇ। ਨਾਮ ਤੇਰਾ ਅੰਭਲਾ ਨਾਮ ਤੇਰੋ ਚੰਦਨੋ, ਕਸ ਜਪੇ ਨਾਮ ਲੈ ਤੁਝੇ ਕੋ ਚਾਰੇ। ਨਾਮ ਤੇਰਾ ਦੀਵਾ ਨਾਮ ਤੇਰੋ ਬਾਤੀ, ਨਾਮ ਤੇਰੋ ਤੇਲ ਲੈ ਮਾਹੇ ਪਸਾਰੇ। ਨਾਮ ਤੇਰੇ ਕੀ ਜੋਤ ਲਗਾਈ, ਭਇਓ ਉजियारो ਭਵਨ ਸਗਲਾਰੇ। ਨਾਮ ਤੇਰੋ ਤਾਗਾ ਨਾਮ ਫੂਲ ਮਾਲਾ, ਭਾਰ 18 ਸਗਲ ਜੁਠਾਰੇ। ਤੇਰੋ ਕੀਆ ਤੁਝੇ ਕਿਆ ਅਰਪੋਂ, ਨਾਮ ਤੇਰਾ ਤੂੰ ਹੀ ਚਵਰ ਟੋਲਾਰੇ। 10 8 68 ਚਾਰੇ ਖਾਣੀ, ਇਹ ਵਰਤਨ ਹੈ ਸਗਲ ਸੰਸਾਰੇ। ਕਹਿ ਰਵਿਦਾਸ ਨਾਮ ਤੇਰੋ ਆਰਤੀ, ਸਤ ਨਾਮ ਹੈ ਹਰ ਭੋਗ ਤੁਹਾਰੇ। ਹੇ ਪ੍ਰਮਾਤਮਾ, ਆਰਤੀ ਅਸਲ ਵਿੱਚ ਤਾਂ ਤੁਹਾਡਾ ਨਾਮ ਹੀ ਆਰਤੀ ਹੈ। ਹੇ ਸੁਰ ਦੈਂਤ ਨੂੰ ਮਾਰਨ ਵਾਲੇ ਪ੍ਰਭੂ ਮੁਰਾਰੀ ਜੀ, ਇਸ਼ਨਾਨ ਵੀ ਤੁਹਾਡੇ ਨਾਮ ਦਾ ਜਾਂ ਸਾਧ ਸੰਗਤ ਦੀ ਸ਼ਰਧਾ ਰੂਪੀ ਧੂੜ ਹੈ। ਇਹ ਭਰੋਸਾ ਹੋ ਗਿਆ ਹੈ ਕਿ ਹਰੀ ਦੇ ਨਾਮ ਤੋਂ ਬਿਨਾਂ ਜਿੰਨੇ ਵੀ ਪਸਾਰੇ ਹਨ ਉਹ ਝੂਠੇ ਹਨ। ਸੱਚ ਕਿਤੇ ਨਹੀਂ, ਨਾਮ ਹੀ ਸਦਾ ਰਹਿਣ ਵਾਲਾ ਹੈ। ਔਰ ਜੋ ਵੀ ਕੁਝ ਦਿਸਦਾ ਹੈ ਉਹ ਬਿਨਸਨਹਾਰ ਹੈ। ਜੇ ਆਸਣ ਨੂੰ ਲਈਏ ਕੁਸ਼ਾ ਦਾ ਹੋਏ ਜਾਂ ਕਿਸੇ ਹੋਰ ਵਸਤੂ ਦਾ, ਤਾਂ ਉਹ ਵੀ ਟੁੱਟ ਕੇ ਖਤਮ ਹੋ ਜਾਣ ਵਾਲਾ ਹੈ। ਸੱਚਾ ਆਸਣ ਤਾਂ ਤੁਹਾਡਾ ਨਾਮ ਹੀ ਹੈ। ਚੰਦਨ ਰਗੜਨ ਵਾਲਾ ਪੱਥਰ ਉਰਸਾ ਵੀ ਤਾਂ ਆਪ ਜੀ ਦਾ ਨਾਮ ਹੀ ਹੈ। ਕੇਸਰ ਵੀ ਨਾਮ ਹੀ ਹੈ। ਨਾਮ ਹੀ ਚੰਗਾ ਪਵਿੱਤਰ ਜਲ ਹੈ। ਚੰਦਨ ਤੇ ਉਸ ਨੂੰ ਚੜਾਉਣਾ। ਇਹਨਾਂ ਤੁਕਾਂ ਦਾ ਸਮੁੱਚਾ ਭਾਵ ਹੈ ਕਿ ਹੇ ਪ੍ਰਭੂ ਜੀ, ਆਰਤੀ ਕਰਨ ਦਾ ਜਿੰਨਾ ਸਮਾਨ ਹੈ, ਆਸਣ, ਪੱਥਰ, ਚੰਦਨ ਤੇ ਕੇਸਰ ਆਦਿਕ ਜੋ ਠਾਕਰਾਂ ਨੂੰ ਲਾਇਆ ਜਾਂਦਾ ਹੈ, ਸਭ ਆਪ ਦੀਆਂ ਹੀ ਤਾਂ ਪੈਦਾ ਕੀਤੀਆਂ ਹੋਈਆਂ ਹਨ। ਜਦੋਂ ਆਪ ਨੂੰ ਚੜਾਉਂਦੇ ਹਨ ਤਾਂ ਕੀ ਵਡਿਆਈ ਕਰਦੇ ਹਾਂ। ਇਹ ਤਾਂ ਸਭ ਆਪ ਦੀਆਂ ਹਨ। ਇਸ ਵਾਸਤੇ ਆਪ ਦਾ ਨਾਮ ਸਭ ਤੋਂ ਉੱਤਮ ਹੈ।
ਹੁਣ ਹੋਰ ਚੀਜ਼ਾਂ ਲਈਏ, ਜਿਵੇਂ ਕਿ ਦੀਵਾ, ਉਸ ਦੀ ਬੱਤੀ ਦੇ ਤੇਲ ਆਦਿਕ, ਉਹ ਵੀ ਮੈਂ ਆਪ ਦਾ ਹੀ ਉੱਤਮ ਸਮਝਦਾ ਹਾਂ। ਭਾਵ ਕਿ ਆਪ ਜੀ ਦੇ ਨਾਮ ਦਾ ਜਸ ਕਰ ਲੈਣਾ ਹੀ ਠੀਕ ਹੈ, ਬਾਕੀ ਝੂਠਾ ਪਸਾਰਾ ਹੈ। ਅਸਲ ਵਿੱਚ ਆਪ ਦੀ ਸ਼ਕਤੀ ਰੂਪ ਸੂਰਜ ਤੇ ਚੰਦ ਜਾਂ ਅਗਨੀ, ਤੇਲ, ਰੂਈ ਜੋ ਆਪ ਦੀ ਕਿਰਤ ਜਾਂ ਸ਼ਕਤੀ ਹੈ, ਉਸੇ ਨਾਲ ਸਾਰੇ ਰੌਸ਼ਨੀ ਹੁੰਦੀ ਹੈ। ਦੀਵੇ ਬਾਲ ਕੇ ਜੇ ਮਨੁੱਖ ਹੰਕਾਰ ਕਰੇ ਕਿ ਮੈਂ ਆਪ ਨੂੰ ਚਾਨਣ ਦਿੰਦਾ ਹਾਂ, ਤਾਂ ਇਹ ਝੂਠ ਹੈ, ਹਉਮੈ ਹੈ। ਇਸ ਵਾਸਤੇ ਮੈਂ ਤਾਂ ਕੋਈ ਦੀਵਾ ਨਹੀਂ ਜਗਾਉਂਦਾ। ਅਸਲ ਵਿੱਚ ਭਗਤਾਂ ਦੇ ਘਰਾਂ ਵਿੱਚ ਤੁਹਾਡੇ ਨਾਮ ਦੀ ਹੀ ਰੌਸ਼ਨੀ ਹੈ। ਸਾਰੇ ਜਗਤ ਤੇ ਤੁਹਾਡੀ ਰੌਸ਼ਨੀ ਹੈ। ਇੱਕ ਮੰਦਰ ਵਿੱਚ ਰੌਸ਼ਨੀ ਹੋਣਾ ਕੋਈ ਵੱਡੀ ਗੱਲ ਨਹੀਂ। ਹੇ ਭਗਵਾਨ, ਪੰਡਤ ਆਖਦਾ ਹੈ ਫੁੱਲਾਂ ਦੀ ਮਾਲਾ ਚੜ੍ਹਾਈ ਜਾਏ, ਇਸ ਲਈ ਫੁੱਲਾਂ ਦੀ ਮਾਲਾ ਤੁਹਾਡੇ ਨਾਮ ਦੀ ਸ਼ਕਤੀ ਨਾਲ 18 ਭਾਰ ਬਨਸਪਤੀ ਜੋ ਤੁਸਾਂ ਧਰਤੀ ਉੱਤੇ ਉਤਪੰਨ ਕੀਤੀਆਂ ਹਨ, ਅੱਗੇ ਹੀ ਤੁਹਾਨੂੰ ਚੜ੍ਹੀ ਹੋਈ ਹੈ। ਸਾਰੇ ਫੁੱਲ ਭੌਰਿਆਂ ਨੇ ਝੂਠੇ ਕੀਤੇ ਹਨ। ਦੇਖੋ ਤੁਹਾਡੀਆਂ ਹੀ ਬਖਸ਼ਿਸ਼ਾਂ ਤੁਹਾਨੂੰ ਕਿਵੇਂ ਚੜਾਉਂਦੇ ਹਨ। ਭਾਵ ਕਿ ਫੁੱਲਾਂ ਦਾ ਕੀ ਲਾਭ, ਇਹ ਤਾਂ ਪਖੰਡ ਹੈ। ਅਸਲ ਵਿੱਚ ਸਭ ਕੁਝ ਤੇਰਾ ਆਪਣਾ ਹੀ ਹੈ। ਇਸ ਪਖੰਡ ਨਾਲੋਂ ਨਾਮ ਜਪਣਾ ਠੀਕ ਹੈ। ਨਾਮ ਹੀ ਜਪਦੇ ਰਹਿਣਾ ਚਾਹੀਦਾ ਹੈ। 18 ਪੁਰਾਣ, 68 ਤੀਰਥ, ਇਹ ਸਭ ਸੰਸਾਰ ਤੇ ਵਰਤ ਰਹੇ ਹਨ। ਬਸ ਆਪਣਾ ਤਾਂ ਨਾਮ ਹੀ ਹੈ ਤੇ ਸਤਨਾਮ ਦਾ ਭੋਗ ਲਾਉਂਦੇ ਹਾਂ, ਇਸ ਤੋਂ ਵੱਧ ਕੁਝ ਨਹੀਂ। ਮੀਰਾ ਬਾਈ ਜਿਸ ਚੀਜ਼ ਨੂੰ ਲੱਭ ਰਹੀ ਸੀ, ਉਹ ਉਸ ਨੂੰ ਮਿਲ ਗਈ। ਉਸ ਵਿੱਚ ਉਸ ਨੂੰ ਸਫਲਤਾ ਪ੍ਰਾਪਤ ਹੋ ਗਈ। ਉਸਨੇ ਬੇਨਤੀ ਕੀਤੀ, ਹੇ ਪ੍ਰਭੂ ਭਗਤ, ਦਾਸੀ ਨੂੰ ਵੀ ਭਗਤੀ ਕਰਨੀ ਦੱਸੋ। ਆਪਣੀ ਸ਼ਿਸ਼ਾ ਬਣਾਓ। ਗੁਰੂ ਤੋਂ ਬਿਨਾਂ ਭਗਤੀ ਨਹੀਂ ਹੋ ਸਕਦੀ। ਮੈਂ ਤਾਂ ਨਾਮ ਸਿਮਰਨ ਕਰਦੀ ਹਾਂ, ਉਸ ਭਗਵਾਨ ਦੇ ਮੰਦਰਾਂ ਵਿੱਚ ਉਸ ਦਾ ਜਸ ਕਰਦੀ ਹਾਂ, ਤੇ ਜਦੋਂ ਨਾਚ ਕਰਦੀ ਹਾਂ ਤਾਂ ਸਾਰੇ ਲੋਕ ਮਖੌਲ ਕਰਦੇ ਹਨ। ਕੋਈ ਮੈਨੂੰ ਕਮਲੀ ਆਖਦਾ ਹੈ ਤੇ ਕੋਈ ਮਾੜੀ ਸਮਝਦਾ ਹੈ। ਇਹ ਸੁਣ ਕੇ ਭਗਤ ਜੀ ਬੋਲੇ, ਹੇ ਮੀਰਾ, ਤੁਹਾਡਾ ਜਨਮ ਤਾਂ ਰਾਜੇ ਦੇ ਘਰ ਹੋਇਆ ਹੈ। ਤੁਹਾਡਾ ਇਸ ਤਰ੍ਹਾਂ ਭਗਤੀ ਕਰਨਾ ਫਿਰਨਾ ਲੋਕਾਂ ਵਾਸਤੇ ਮਖੌਲ ਹੋ ਸਕਦਾ ਹੈ, ਪਰ ਕੀ ਕਰੀਏ, ਲੋਕੀ ਤਾਂ ਗਰੀਬ ਨੂੰ ਭਗਤੀ ਕਰਦਾ ਦੇਖ ਕੇ ਮਖੌਲ ਕਰਦੇ ਹਨ। ਇਸ ਕਰਕੇ ਕਿ ਉਹਨਾਂ ਨੂੰ ਗਿਆਨ ਨਹੀਂ, ਉਹ ਅੰਨੇ ਹਨ। ਮਾਇਆ ਦੇ ਮੋਟੇ ਪਰਦੇ ਦੀ ਪੱਟੀ ਉਹਨਾਂ ਦੀਆਂ ਅੱਖਾਂ ਤੇ ਵੱਜੀ ਰਹਿੰਦੀ ਹੈ। ਉਹਨਾਂ ਨੂੰ ਤਾਂ ਸਿਰਫ ਦੁਨੀਆ ਦੇ ਪਦਾਰਥ, ਮਾਨ ਅਪਮਾਨ ਤੇ ਲਾਲਚ, ਹਉਮੈ ਆਦਿਕ ਹੀ ਦਿਸਦੇ ਹਨ। ਉਹਨਾਂ ਨੂੰ ਆਤਮਿਕ ਮੰਡਲ ਦਾ ਗਿਆਨ ਨਹੀਂ ਹੈ। ਜਿਸ ਨੂੰ ਗਿਆਨ ਨਾ ਹੋਏ, ਉਸ ਦੀ ਗੱਲ ਦਾ ਗੁੱਸਾ ਨਹੀਂ ਕਰਨਾ ਚਾਹੀਦਾ। ਮੀਰਾ ਬਾਈ ਨੇ ਕਿਹਾ, ਜਿਵੇਂ ਆਪ ਜੀ ਦਾ ਹੁਕਮ ਹੋਏਗਾ ਉਸ ਤਰ੍ਹਾਂ ਹੀ ਚੱਲਾਂਗੀ। ਤੁਸੀਂ ਮੇਰੇ ਤੇ ਕਿਰਪਾ ਕਰੋ। ਮੇਰੇ ਸਹੁਰੇ ਘਰ ਤੇ ਮਾਪੇ ਇਸ ਗੱਲ ਦੇ ਵਿਰੁੱਧ ਹਨ, ਪਰ ਮੇਰੀ ਆਤਮਾ ਭਗਤੀ ਨਾਲ ਜੁੜ ਚੁੱਕੀ ਹੈ। ਭਗਤ ਰਵਿਦਾਸ ਜੀ ਨੇ ਮੀਰਾ ਬਾਈ ਨੂੰ ਉਪਦੇਸ਼ ਦਿੱਤਾ। ਉਸ ਨੂੰ ਭਗਤੀ ਤੇ ਸੇਵਾ ਵਾਲੇ ਪਾਸੇ ਲਗਾ ਦਿੱਤਾ। ਮੀਰਾ ਬਾਈ ਉਸੇ ਤਰ੍ਹਾਂ ਹੀ ਭਗਤੀ ਕਰਨ ਲੱਗ ਪਈ, ਜਿਸ ਪ੍ਰਕਾਰ ਭਗਤ ਰਵਿਦਾਸ ਜੀ ਨੇ ਮੀਰਾ ਬਾਈ ਨੂੰ ਉਪਦੇਸ਼ ਦਿੱਤਾ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।